ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 115ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਭੁਜਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗੈ ਲੈ ਅੰਗੁਰੀਆ ਰਹਾਓ। ਭੁਜਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗੈ ਲੈ ਅੰਗੁਰੀਆ ਰਹਾਓ। ਸਰਵ ਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਦੀਨਾ ਨਾਥ ਨਾਥ ਕਰਨਾ ਮੈਂ, ਸਾਜਨ ਮੀਤ ਪਿਆ ਮੈਂ ਤਰੀਆ। ਚਰਨ ਕਮਲ ਹਿਰਦੇ ਗਉ ਨਾਨਕ, ਪੈ ਸਾਗਰ ਸੰਤ ਪਾਰ ਉਤਰਿਆ। ਦੀਨਾ ਨਾਥ ਨਾਥ ਕਰਨਾ ਮੈਂ, ਸਾਜਨ ਮੀਤ ਪਿਆ ਮੈਂ ਤਰੀਆ। ਚਰਨ ਕਮਲ ਹਿਰਦੇ ਗਉ ਨਾਨਕ, ਪੈ ਸਾਗਰ ਸੰਤ ਪਾਰ ਉਤਰਿਆ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਪਰਮੇਸ਼ਰ ਅੱਗੇ ਕਿਸ ਤਰ੍ਹਾਂ ਬੇਨਤੀ ਅਰਦਾਸ ਕਰਨੀ ਹੈ ਕਿ ਸਾਨੂੰ ਪਰਮੇਸ਼ਰ ਵਾਹਿਗੁਰੂ ਸਿਰਜਣਹਾਰ ਕਰਤਾ ਪੁਰਖ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜ਼ਿੰਦਗੀ ਤੋਂ, ਵਿਕਾਰਾਂ ਵਾਲੀ ਜ਼ਿੰਦਗੀ ਤੋਂ ਆਪਣੇ ਚਰਨਾਂ ਦਾ ਨਾਲ ਲਗਾਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਭੁਜਬਲ ਬੀਰ ਭਾਵ ਤਾਕਤਵਰ, ਬਲਵਾਨ, ਤਾਕਤਵਰ ਬਾਹਾਂ ਵਾਲੇ, ਬੀਰ ਸੂਰਮੇ। ਗੁਰੂ ਜੀ ਕਹਿੰਦੇ ਹਨ, ਹੇ ਬ੍ਰਹਮ ਪਰਮੇਸ਼ਰ ਸੁਖ ਸਾਗਰ, ਸੁਖ ਭਾਵ ਸੁੱਖਾਂ ਦੇ ਸਾਗਰ ਪਰਮੇਸ਼ਰ, ਮੈਨੂੰ ਮੇਰੇ ਗਰਤ ਪਰਤ ਭਾਵ ਵਿਕਾਰਾਂ ਦੇ ਟੋਇਆਂ ਵਿੱਚੋਂ ਡਿੱਗਦੇ ਹੋਏ ਦੀ, ਅੰਗੁਰੀਆ ਭਾਵ ਉਂਗਲੀ, ਉਂਗਲੀ ਪੜ ਕੇ ਮੈਨੂੰ ਪਕੜ ਕੇ ਮੈਨੂੰ ਕੱਢ ਲਵੋ ਜੀ, ਬਾਹਰ ਕੱਢ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਮੇਰੇ ਉੱਤੇ ਮਿਹਰ ਕਰਕੇ ਮੇਰੇ ਵਿਕਾਰ ਬਖਸ਼ ਲਓ ਜੀ ਮੈਨੂੰ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਮੇਰੇ ਕੰਨਾਂ ਨੂੰ ਵੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਕੋਈ ਸੋਝੀ ਨਹੀਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਮੇਰੇ ਨੇਤਰ ਭਾਵ ਨੈਣ ਅੱਖਾਂ ਨੂੰ ਵੀ ਇਹ ਵੀ ਸੋਹਣੀਆਂ ਨਹੀਂ ਜਾਣ, ਸੁੰਦਰ ਨਹੀਂ ਹਨ ਜੀ, ਭਾਵ ਵਿਕਾਰਾਂ ਵਾਲੇ ਕੰਮ ਹੀ ਵੇਖਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਦੁਖੀਆਂ ਹਾਂ, ਪਿੰਗੋਰੀਆ ਪਿੰਗਲਾ ਭਾਵ ਪਿੰਗੋਰੀਆ ਭਾਵ ਪਿੰਗਲਾ, ਪੀੜਤ ਹਾਂ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਮੈਂ ਦੁਖੀਆ ਪੀੜਾਂ ਨਾਲ ਭਰਿਆ ਹੋਇਆ ਤੁਹਾਡੇ ਦੁਆਰੇ ਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪੁਕਾਰ ਕਰ ਰਿਹਾ ਹਾਂ ਜੀ ਕਿ ਮੈਨੂੰ ਮੇਰੇ ਵਿਕਾਰਾਂ ਤੋਂ ਬਚਾ ਲਵੋ ਜੀ, ਬਾਹਰ ਕੱਢ ਲਵੋ ਜੀ। ਆਪਣੀ ਮਿਹਰ ਕਰੋ ਤੇ ਮੈਨੂੰ ਇਸ ਚੀਜ਼ ਤੋਂ ਬਾਹਰ ਕੱਢੋ ਜੀ। ਫਿਰ ਗੁਰੂ ਜੀ ਅਰਦਾਸ ਬੇਨਤੀ ਕਰਦੇ ਹਨ ਕਿ ਹੇ ਗਰੀਬਾਂ ਦੇ ਮਾਲਕ ਪਰਮੇਸ਼ਰ, ਹੇ ਮਹਿਮਤਾਜ, ਹੇ ਦਇਆਲ ਰੂਪ, ਮੇਰੇ ਸੱਜਣ, ਮੇਰੇ ਮਿੱਤਰ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਮੇਰੇ ਮਹਤਰੀਆ ਭਾਵ ਮਾਤ ਪਿਤਾ ਵੀ ਤੁਸੀਂ ਹੋ। ਫਿਰ ਗੁਰੂ ਜੀ ਕਹਿੰਦੇ ਹਨ, ਅਨੇਕਾਂ ਜੀਵ ਤੁਹਾਡੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਕਮਲ ਆਪਣੇ ਹਿਰਦੇ ਵਿੱਚ ਵਸਾ ਕੇ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਆਸਰੇ ਇਸ ਡਰਾਉਣੇ ਸੰਸਾਰ ਸਾਗਰ ਤੋਂ ਤੁਹਾਡੀ ਮਿਹਰ ਕਿਰਪਾ ਨਾਲ ਪਾਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਨੂੰ ਵੀ
ਇਸ ਭੈ ਸਾਗਰ ਤੋਂ ਭਾਵ ਡਰਾਉਣੇ ਸੰਸਾਰ ਤੋਂ ਭਾਵ ਵਿਕਾਰਾਂ ਵਾਲੇ ਸੰਸਾਰ ਸਾਗਰ ਤੋਂ ਚਾਰੇ ਪਾਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਪੈਰੀ ਹਨ ਜੀ। ਉਸ ਡਰਾਉਣੇ ਸਾਗਰ ਤੋਂ ਵੈਸ਼ੀ ਵਿਕਾਰਾਂ ਵਾਲੇ ਸਾਗਰ ਤੋਂ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਦੁਆਰਾ ਮੈਨੂੰ ਕੱਢ ਦਿਓ ਜੀ, ਅਤੇ ਨਾਮ ਸਿਮਰਨ ਨੂੰ ਮੇਰੇ ਹਿਰਦੇ ਵਿੱਚ ਵਸਾ ਕੇ ਮੈਂ ਗੁਰਮਤਿ ਦੁਆਰਾ ਤੁਹਾਡੇ ਨਾਲ ਜੁੜ ਸਕਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਨ ਦੀ ਯੁਕਤੀ ਦੱਸਦੇ ਹਨ। ਫਿਰ ਗੁਰੂ ਜੀ ਦੱਸਦੇ ਹਨ ਕਿ ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, ਭਵਜਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਾਇ ਲੈ ਅੰਗੁਰੀਆ। ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਸਿਰਜਣਹਾਰ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ ਜੀ, ਅਤੇ ਅਸੀਂ ਇੱਕ ਨਾ ਮਾਤਰ ਇਸ ਸ੍ਰਿਸ਼ਟੀ ਦਾ ਇੱਕ ਨਾ ਮਾਤਰ ਅੰਸ਼ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਕਰਤਾ ਪੁਰਖ ਬਲਵਾਨ ਤਾਕਤਵਾਰ ਦੇ ਇੱਕ ਛੋਟੇ ਜਿਹੇ ਜੀਵ ਹਾਂ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਮੈਨੂੰ ਮੇਰੇ ਵਿਸ਼ੇ ਵਿਕਾਰਾਂ ਦੇ ਟੋਇਆਂ ਵਿੱਚ ਡਿੱਗੇ ਹੋਏ ਦੀ ਉਂਗਲੀ ਫੜ ਕੇ ਆਪਣੇ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜੋੜ ਲਵੋ ਜੀ, ਕਿ ਮੈਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਤੁਹਾਡੇ ਨਾਲ ਜੁੜ ਸਕਾਂ ਜੀ। ਇਹ ਮੇਰੀ ਅਰਦਾਸ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਜੀਵਾਂ ਦੇ ਕੰਨਾਂ ਨੂੰ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਸੁਣਨ ਦੀ ਆਦਤ ਹੈ ਜੀ, ਅਤੇ ਨੇਤਰਾਂ ਨੂੰ ਭਾਵ ਅੱਖਾਂ ਨੂੰ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੀਆਂ ਚੀਜ਼ਾਂ ਦੇਖਣ ਦੀ ਆਦਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਮੇਰੇ 'ਤੇ ਮਿਹਰ ਕਰੋ, ਕਿਰਪਾ ਕਰੋ ਕਿ ਅਸੀਂ ਕੰਨਾਂ ਦੁਆਰਾ ਤੁਹਾਡਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਆਪਣੇ ਹਿਰਦੇ ਵਿੱਚ ਵਸਾਈਏ ਅਤੇ ਸੁਣੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਅੱਖਾਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਗੁਰੂ ਦੇ ਦਰਸ਼ਨ ਕਰਨ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਆਪਣੀ ਮਿਹਰ ਕਿਰਪਾ ਕਰੋ ਅਤੇ ਇਸ ਪਿੰਗਲੇ ਭਾਵ ਨਿਮਾਣੇ ਦੀ ਨਿਥਾਵੇਂ ਦੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹਿਰਦੇ ਵਿੱਚ ਵਸੇ ਜੀ, ਅਤੇ ਉਸ ਨਾਲ ਮੇਰੇ ਸਾਰੇ ਦੁੱਖ ਪੀੜਾਂ ਦੂਰ ਹੋ ਜਾਣ ਜੀ। ਫਿਰ ਗੁਰੂ ਜੀ ਦੱਸਦੇ ਹਨ, ਹੇ ਪਰਮੇਸ਼ਰ ਦਇਆ ਰੂਪ ਸਿਰਜਣਹਾਰ, ਮੇਰੇ ਸੱਜਣ, ਮੇਰੇ ਮਿੱਤਰ, ਮੇਰੇ ਮਾਤ ਪਿਤਾ, ਸਭ ਕੁਛ ਤੁਸੀਂ ਹੀ ਹੋ ਜੀ, ਤੇ ਤੁਸੀਂ ਇਸ ਅਨਾਥ ਨੂੰ ਆਪਣਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਦਾਤ ਬਖਸ਼ੋ ਜੀ, ਅਤੇ ਗੁਰਮੁਖ ਧਾਰਨ ਕਰਨ ਦੀ ਹਿੰਮਤ ਦਿਓ ਜੀ, ਅਤੇ ਮੈਨੂੰ ਇਸ ਸੰਸਾਰ ਸਾਗਰ ਭਾਵ ਜੀਵਨ ਯਾਤਰਾ ਜੋ ਕਿ ਵਿਕਾਰਾਂ ਆਲੇ ਦੁਆਲੇ ਸਾਰੇ ਵਿਕਾਰ ਹਨ ਜੀ, ਉਹਨਾਂ ਤੋਂ ਬਚ ਕੇ ਮੈਂ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਚਰਨਾਂ ਦੇ ਵਿੱਚ ਜੁੜ ਸਕਾਂ ਜੀ, ਅਤੇ ਗੁਰਮਤਿ ਅਪਣਾ ਕੇ ਇਹ ਜੀਵਨ ਯਾਤਰਾ ਸਫਲ ਹੋ ਸਕੇ ਜੀ, ਤੇ ਮੇਰਾ ਇਸ ਸੰਸਾਰ ਸਾਗਰ ਵਿੱਚ ਆਉਣਾ ਸਫਲ ਹੋਵੇ ਜੀ। ਫਿਰ ਗੁਰੂ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਪੇਜ 139 ਤੇ, ਰੋਹਲਾ ਟੁੰਡਾ ਅੰਦਲਾ ਕਹਿਗਲ ਲੱਗੇ ਤਾਏ,
ਰੋਲਾ ਟੁੰਡਾ ਅੰਦਲਾ ਕਹਿ ਗੱਲ ਲੱਗੇ ਤਾਏ। ਸੋ ਵਾਹਿਗੁਰੂ ਅੱਗੇ ਇਸ ਤਰ੍ਹਾਂ ਬੇਨਤੀ ਕਰਨੀ ਹੈ ਜੀ, ਜਿਸ ਤਰ੍ਹਾਂ ਬੱਚਾ ਮਾਂ ਪਿਓ ਕੋਲੋਂ ਚੀਜ਼ਾਂ ਮੰਗਦਾ ਹੈ ਜੀ, ਕਿ ਵਾਹਿਗੁਰੂ ਸਾਨੂੰ ਆਪਣੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਆਪਣੇ ਅੰਸ਼ ਨਾਲ ਜੋੜ, ਤਾਂ ਕਿ ਅਸੀਂ ਆਪਣੇ ਵਿਕਾਰਾਂ 'ਤੇ ਕਾਬੂ ਪਾ ਕੇ ਆਪਣਾ ਆਉਣਾ, ਇਸ ਜੀਵਨ ਵਿੱਚ ਆਉਣਾ, ਜ਼ਿੰਦਗੀ ਸਫਲ ਹੋਵੇ ਜੀ। ਫਿਰ ਗੁਰੂ ਜੀ ਸਾਨੂੰ 543 ਤੇ ਇਹਨਾਂ ਪੰਕਤੀਆਂ 'ਚ ਦੱਸਦੇ ਹਨ, ਮੂਰਖ ਮੁਗਧ ਅਨਾਥ ਚੰਚਲ ਬਲ ਹੀ ਨੀਚ ਅਜਾਣਾ, ਬਿਨਵੰਤ ਨਾਨਕ ਸਰਨ ਤੇਰੀ ਰਾਖ ਲੈ ਆਵਣ ਜਾਣਾ। ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ, ਬਿਨਵੰਤ ਨਾਨਕ ਸਰਨ ਤੇਰੀ ਰਾਖ ਲੈ ਆਵਣ ਜਾਣਾ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।